ਸਤਿ ਸ਼੍ਰੀ ਅਕਾਲ। ਪੰਜਾਬੀ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ। ਅੱਜ ਫਿਰ ਹਾਜ਼ਰ ਹਾਂ ਪੰਜਾਬ ਦੀਆਂ ਵੱਡੀਆਂ ਅਤੇ ਖਾਸ ਖਬਰਾਂ ਦੇ ਨਾਲ। ਸੁਖਪਾਲ ਸਿੰਘ ਖਹਿਰਾ ਕੱਲ ਪਟਿਆਲਾ ਦੀ ਜੇਲ੍ਹ ਵਿਖੇ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਪੁੱਜੇ। ਇਸ ਮੌਕੇ ਉਹਨਾਂ ਨਾਲ ਸਾਬਕਾ ਵਿਧਾਇਕ ਅਸ਼ਵਨੀ ਸ਼ੇਖੜੀ ਅਤੇ ਸੁਨੀਲ ਦੱਤੀ ਵੀ ਮੌਜੂਦ ਰਹੇ। ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਨਵਜੋਤ ਸਿੰਘ ਸਿੱਧੂ ਦੀ ਸਜ਼ਾ ਬਾਰੇ ਕਈ ਗੱਲਾਂ ਕੀਤੀਆਂ। ਉਹਨਾਂ ਆਪਣੀ ਨਿੱਜੀ ਭਾਵਨਾਵਾਂ ਵੀ ਪੇਸ਼ ਕੀਤੀਆਂ। एक आदमी का योगदान इस देश के वास्ते की है कि उसने क्रिकेट के मैदान के उतर के कई मल्लां मारियां देश के वास्ते, पंजाब के वास्ते मारियां। साडा आ जिहड़ी पग बन्नी असीं अज ਉਹਦੀ शान नवजोत सिंह सिद्धू ने दुनिया भर च ਵਧਾਈ है। तो अगर गवर्नमेंट चाहे थोड़ा फराक दिली दिखावे तो ये कुछ भी नहीं गा। और मैं तो कहना इस तो अगे भी चल जाने आपां एक सिंपल ऑर्डर पास किया जा सकता कि 323 ਦੇ ਵਿੱਚ अगर कोई कैद कट रहा वा तो सारिਆਂ ਨੂੰ ਰਿਮਿਟੈਂਸ ਦਿੱਤੀ ਜਾਵੇ, ਸਭ ਨੂੰ, ਇਕੱਲੇ ਨਵਜੋਤ ਸਿੰਘ ਸਿੱਧੂ, ਕਿਉਂਕਿ 323 ਤੋਂ ਛੋਟਾ ਆਫੈਂਸ ਇੱਥੇ ਹੈ ਹੀ ਨਹੀਂਗਾ। ਔਰ ਮੈਂ ਦੁਬਾਰਾ ਰੀਟਰੇਟ ਕਰ ਦਿੰਦਾ ਕਿ 26,000 ਅਗਰ ਕੈਦੀ ਆ ਪੰਜਾਬ ਦੀਆਂ ਜੇਲ੍ਹਾਂ ਵਿੱਚ, ਇੱਕ ਵੀ ਆਦਮੀ 323 ਦੇ ਵਿੱਚ ਸੈਂਟੈਂਸ ਨਹੀਂਗਾ। ਸੋ ਐਨੀਵੇਜ਼ ਹੈਵਿੰਗ ਸੈਡ ਦੈਟ ਅਸੀਂ ਮਿਲੇ ਹਾਂ, ਬੜੇ ਗੁੱਡ ਸਪਿਰਿਟਸ ਵਿੱਚ ਨੇ ਔਰ ਹਰ ਪੱਖ ਤੋਂ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਨੇ। ਸੋ ਮੈਨੂੰ ਖੁਸ਼ੀ ਹੋਈ ਹੈ ਕਿ ਅਸੀਂ ਆਪਣੇ ਕੋਲੀਗ ਨੂੰ ਆਣ ਕੇ ਮਿਲੇ ਹਾਂ ਔਰ ਮੈਂ ਸਮਝਦਾ ਕਿ ਸਾਡਾ ਸਭ ਦਾ ਫਰਜ਼ ਹੈ ਕਟਿੰਗ ਅਕ੍ਰੋਸ ਪਾਰਟੀ ਲਾਈਨਸ। ਕਿਸੇ ਵੀ ਇਨਸਾਨ ਦੀ ਮੁਸ਼ਕਿਲ ਘੜੀ ਦੇ ਵਿੱਚ ਸਭ ਨੂੰ ਸਾਥ ਦੇਣਾ ਚਾਹੀਦਾ ਵਾ ਔਰ ਕਦੀ ਵੀ ਕਿਸੇ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। कुछ लोग हर गल में मजाक उड़ाते हैं। सर पार्टी ने साथ नहीं दिता, पार्टी साथ देगी और नहीं अगर कोई कमी रहेगी तो उन्होंने हुण अगे मूहरे आण के देना चाहिए। क्योंकि पिछले दिनों प्रताप सिंह बाजवा जिहड़े साडे लीडर ऑफ ओपोजिशन ने वो भी इत्थे मुलाकात करके गए ने और मैं अपनी पार्टी को भी कहूँगा कि इट्स पार्टी खड़ी साडी सारी इन आवर ऑफ क्राइसिस। हर एक आदमी नूं अच्छे ਜਿਹੜੇ थोड़े ਜਿਹੇ ਰੱਖਦੇ ਨੇ, ਜਜ਼ਬਾਤ ਰੱਖਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ, ਜਿਹੜੇ ਲੋਕਾਂ ਦੇ ਅੰਦਰ ਕੋਈ ਜਿਨ੍ਹਾਂ ਦੀ ਜ਼ਮੀਰ ਜਾਗਦੀ ਆ, ਇਸ ਔਖੀ ਘੜੀ ਵਿੱਚ ਸਭ ਨੂੰ ਸਾਥ ਦੇਣਾ ਚਾਹੀਦਾ। ਉਧਰ ਸੁਖਪਾਲ ਸਿੰਘ ਖਹਿਰਾ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਵੱਲੋਂ ਲਾਏ ਜਾ ਰਹੇ ਸਿਆਸੀ ਇਲਜ਼ਾਮਾਂ ਦਾ ਵੀ ਜਵਾਬ ਦਿੱਤਾ। ਕਿਸੇ ਸਰਕਾਰ ਦਾ ਗ੍ਰਾਫ ਐਡਾ ਤੇਜ਼ੀ ਨਾਲ ਨੀਚੇ ਨਹੀਂ ਗਿਰਿਆ ਹੋਵੇਗਾ ਜਿੰਨਾ ਇਸ ਪਾਰਟੀ ਦੀ ਸਰਕਾਰ ਦਾ ਗਿਰਿਆ ਵਾ। ਤੁਸੀਂ ਸੰਗਰੂਰ ਚਲ ਜਾਓ, ਕੱਲ ਦਾ ਸੀਐਮ ਦਾ ਰੋਡ ਸ਼ੋਅ, ਉੱਥੇ ਲੋਕਾਂ ਦਾ ਵਿਰੋਧ ਹੋ ਰਿਹਾ ਸੀਗਾ, ਉਹ ਫਲॉप ਸ਼ੋਅ ਸੀ, ਖਾਲੀ ਸੀਗਾ। ਉੱਥੇ ਸਾਰੇ ਧਰਨਾਕਾਰੀ ਜਿਹੜੇ ਭਗਵੰਤ ਸਿੰਘ ਮਾਨ ਕਹਿੰਦੇ ਸੀ ਨਾ ਕਿ ਅਕਾਲੀ ਦਲ ਤੇ ਕਾਂਗਰਸ ਵੇਲੇ ਕੁਝ ਨਹੀਂ ਸੀ ਬਦਲਦਾ, ਸਿਰਫ ਧਰਨਿਆਂ ਦਾ ਸਥਾਨ ਬਦਲਦਾ ਸੀਗਾ। ਅਕਾਲੀਆਂ ਵੇਲੇ ਬਾਦਲ ਪਿੰਡ ਤੇ ਕੈਪਟਨ ਵੇਲੇ ਪਟਿਆਲਾ ਸ਼ਹਿਰ, ਤੇ ਬਿਲਕੁਲ ਉਹੀ ਹੋਇਆ ਤੇ ਹੁਣ ਵੀ ਕੁਝ ਨਹੀਂ ਬਦਲਿਆ। ਧਰਨੇ ਵਾਲਿਆਂ ਦੇ ਸਥਾਨ ਬਦਲੇ ਨੇ। ਹੁਣ ਅੱਜ ਦੀ ਡੇਟ ਵਿੱਚ ਲੇਟੈਸਟ ਕੈਪੀਟਲ ਧਰਨਿਆਂ ਦਾ ਜਿਹੜਾ ਵਾ ਉਹ ਸੰਗਰੂਰ ਸ਼ਹਿਰ ਤੇ ਭਗਵੰਤ ਸਿੰਘ ਮਾਨ ਦਾ ਘਰ ਬਣ ਗਿਆ ਵਾ। ਬੇਰੁਜ਼ਗਾਰ ਅਧਿਆਪਕ, ਬੇਰੁਜ਼ਗਾਰ हर वर्ग के लोग बैठे ने और इस तरह के नाल बेरोज़गारी, अगर बेरोज़गारी खत्म हो जाती तो फिर उत्थे उन्होंने आम आदमी पार्टी के संगरूर के दफ्तरों के बाहर थोड़ो धरने मारने पैने। कॉन्ट्रैक्ट के उत्ते टीचर्स, कॉन्ट्रैक्ट के उत्ते आत्मा वर्कर्स, एग्रीकल्चर डिपार्टमेंट, बेतहाशा लोग 10-10, 15-15 हज़ार के साडे पंजाब के नौजवान अज भी पिछले 3 महीनों चों नौकरी की पक्के होने की उड़ीक में बैठे ने। सो मेरा सिर्फ सादे शब्दों 'च कहना वा कि देखो चुटकले सुनाने, ऐलान करने वो गल अलग आ, लेकिन जमीनी हकीकत पंजाब की किसी तरह की नहीं बदली। जेडे कहते सी, एक मिनट, जेडे कहते सीगे कि जो मनप्रीत बादल कहता सी कि खजाना खाली है, तो कहते सी जी खाली तो खजाना थोड़ा होंदा, पीपा होंदा। हुण इन्हां दे वित्त मंत्री ਉਹੀ शब्द वरत रहे हैं ਤਾਂ ਲੋਕਾਂ ਨੇ ਕਿਹਾ ਕਿ ਹੁਣ ਦੱਸ ਦਿਓ ਤੁਸੀਂ ਇਹ ਖਜ਼ਾਨਾ ਵਾ ਕਿ ਪੀਪਾ ਵਾ। ਉਧਰ ਸੁਖਪਾਲ ਸਿੰਘ ਖਹਿਰਾ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਨਰਿੰਦਰ ਮੋਦੀ ਵੱਲੋਂ ਲਾਗੂ ਕੀਤੀ ਗਈ ਅਗਨੀਪਥ ਯੋਜਨਾ ਤੇ ਵੀ ਆਪਣਾ ਪ੍ਰਤੀਕਰਮ ਦਿੱਤਾ। ਸਾਰੇ ਦੇਸ਼ ਵਿੱਚ ਬਹੁਤ ਭਾਰੀ ਵਿਰੋਧ ਹੋ ਰਿਹਾ, ਬਹੁਤ ਭਾਰੀ ਅਗਜਨੀ ਹੋ ਰਹੀ ਹੈ, ਗਵਰਨਮੈਂਟ ਪ੍ਰਾਪਰਟੀ ਸੜ ਰਹੀਆਂ। ਸਾਰਾ ਨੌਜਵਾਨ ਦੇਸ਼ ਦਾ ਇਸ ਅਗਨੀਪਥ ਦੀ ਸਕੀਮ ਦਾ ਵਿਰੋਧ ਕਰ ਰਿਹਾ ਵਾ। ਮੈਨੂੰ ਦੁੱਖ ਅਫਸੋਸ ਇਸ ਗੱਲ ਦਾ ਕਿ ਸਰਕਾਰਾਂ ਉੱਦਾਂ ਇੱਕ ਪਾਸੇ ਕਹਿੰਦੀਆਂ ਕਿ ਅਸੀਂ ਜਮਹੂਰੀਅਤ ਨਾਲ ਚੱਲਦੀਆਂ ਵਾ, ਅਸੀਂ ਜੋ ਲੋਕ ਚਾਹੁੰਦੇ ਉਹ ਕਾਨੂੰਨ ਉਹਨਾਂ ਤੇ ਲਾਗੂ ਕਰਾਂਗੇ, ਲੇਕਿਨ ਜਿਹੜੇ ਲੋਕ ਉਸ ਕਾਨੂੰਨ ਦੇ ਸਖਤ ਵਿਰੋਧ ਵਿੱਚ ਖੜੇ ਨੇ, ਬੀਜੇਪੀ ਨੂੰ ਇਹ ਆਪਣੀ ਪ੍ਰਪੋਜ਼ਲ ਅਗਨੀਪਥ ਦੀ ਵਾਪਸ ਲੈ ਲੈਣੀ ਚਾਹੀਦੀ ਹੈ। ਬਿਲਕੁਲ ਉੱਦਾਂ ਹੀ ਹੋ ਰਿਹਾ ਜਿੱਦਾਂ 3 ਕਾਲੇ ਕਾਨੂੰਨ ਕੀਤੀ ਦੇ ਸਾਡੇ ਤੇ ਥੋਪੇ ਸੀਗੇ। 1.5 ਸਾਲ ਲੋਕਾਂ ਨੂੰ ਸੰਘਰਸ਼ ਕਰਨਾ ਪਿਆ, 700 ਜਾਨਾਂ ਗਈਆਂ, ਫਿਰ ਵੀ ਤਾਂ ਕਾਨੂੰਨ ਵਾਪਸ ਲੈਣੇ। ਸੋ ਡੈਮੋਕ੍ਰੇਸੀ ਦਾ ਬੇਸਿਕ ਐਸੈਂਸ ਦੈਟ ਇਟ ਸ਼ੁੱਡ ਬੀ ਗਵਰਨਡ ਬਾਈ ਦ ਵਿਲ ਆਫ ਦ ਪੀਪਲ, ਉਹ ਕਿਤੇ ਨਾ ਕਿਤੇ ਬੀਜੇਪੀ ਦੀ ਸਰਕਾਰ ਇਸ ਵਕਤ ਉਸ ਨੂੰ ਪਿੱਛੇ ਛੱਡ। ਉਧਰ ਕੱਲ ਤਖਤ ਸ਼੍ਰੀ ਦਮਦਮਾ ਸਾਹਿਬ ਬਠਿੰਡਾ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਚੰਗੀ ਸਿਹਤ ਅਤੇ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਕੀਤੀ ਗਈ ਅਤੇ ਲੰਗਰ ਵੀ ਵਰਤਾਇਆ ਗਿਆ।
ਉਧਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀ ਯੂਨੀਅਨ ਵੱਲੋਂ ਯੂਨੀਵਰਸਿਟੀ ਦੇ ਕੇਂਦਰੀਕਰਨ ਕਰਨ ਦੇ ਖਤਰੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ। ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ 9 ਵਿਦਿਆਰਥੀ ਜਥੇਬੰਦੀਆਂ ਜਿਹੜੀਆਂ ਕਿ ਪੂਰੇ ਪੰਜਾਬ ਦੇ ਵਿੱਚੋਂ ਨੇ, ਉਹਨਾਂ ਵੱਲੋਂ ਇੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਜਿਹੜਾ ਕੇਂਦਰੀਕਰਨ ਇਹਦਾ ਕੀਤਾ ਜਾ ਰਿਹਾ ਕਿ ਇਹ ਸੈਂਟਰ ਨੂੰ ਦੇ ਦਿੱਤੀ ਜਾਵੇ ਜਾਂ ਸੈਂਟਰ ਸਰਕਾਰ ਇਹਨੂੰ ਆਪਣੇ ਕੋਲ ਲਿਜਾ ਰਹੀ ਆ। ਇਹਦੇ ਸੰਦਰਭ ਦੇ ਵਿੱਚ 9 ਜੂਨ ਨੂੰ ਮੁਹਾਲੀ ਦੇ ਵਿੱਚ ਇੱਕ ਰੈਲੀ ਕੀਤੀ ਗਈ ਸੀ ਤੇ ਚੰਡੀਗੜ੍ਹ ਵੱਲ ਮਾਰਚ ਕੀਤਾ ਗਿਆ ਸੀ। ਉੱਥੇ ਪੰਜਾਬ ਸਰਕਾਰ ਦੀ ਪੁਲਿਸ ਹੈ ਜਿਹੜੀ ਮੁਹਾਲੀ ਜ਼ਿਲ੍ਹੇ ਦੀ, ਉਹਨਾਂ ਨੇ ਬੈਰੀਗੇਡ ਲਗਾ ਕੇ ਵਿਦਿਆਰਥੀਆਂ ਉੱਪਰ ਉਹਨਾਂ ਨੂੰ ਰੋਕਿਆ ਗਿਆ, ਲਾਠੀ ਚਾਰਜ ਕੀਤਾ ਗਿਆ। ਉਹਦੇ ਤੋਂ ਬਾਅਦ ਅਸੀਂ ਜਿਹੜਾ ਹੈਗਾ ਇਸ ਯੂਨੀਵਰਸਿਟੀ ਦੇ ਬਾਰੇ ਅਗਲਾ ਐਕਸ਼ਨ ਹੈ ਜਿਹੜਾ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਦਾ ਐਲਾਨ ਕਰਾਂਗੇ। ਸੰਗਰੂਰ ਦੇ ਵਿੱਚ ਜਿਹੜੀ ਜ਼ਿਮਨੀ ਚੋਣ ਚੱਲ ਰਹੀ ਹੈ, ਉੱਥੇ ਸੰਗਰੂਰ 'ਚ 23 ਤਰੀਕ ਦੀ ਜ਼ਿਮਨੀ ਚੋਣ ਹੈ। 20 ਤਰੀਕ ਨੂੰ ਅਸੀਂ ਸੰਗਰੂਰ 'ਚ ਇੱਕ ਵਿਦਿਆਰਥੀ ਰੈਲੀ ਕਰਨ ਜਾ ਰਹੇ ਹਾਂ। ਇਹ ਵੱਡੀ ਰੈਲੀ ਹੋਣੀ ਹੈ। ਇਸ ਦੇ ਵਿੱਚ ਬੀਜੇਪੀ ਦਾ ਜਿਹੜਾ ਦਫ਼ਤਰ ਹੈ ਉਹਦਾ ਘਿਰਾਓ ਹੈ ਜਿਹੜਾ ਉਹ ਕੀਤਾ ਜਾਣਾ, ਤੇ ਇਹਦਾ ਜਿਹੜਾ ਸੰਗਰੂਰ ਦੇ ਵਿੱਚ ਅਸੀਂ ਉਹਦੇ ਵਿਰੁੱਧ ਲੜਾਈ ਲੜਨ ਜਾ ਰਹੇ ਹਾਂ। ਜੇ ਪੰਜਾਬ ਸਰਕਾਰ ਸਾਨੂੰ ਰੋਕਣ ਦੀ ਕੋਸ਼ਿਸ਼ ਕਰੂਗੀ, ਇੱਥੇ ਵੀ ਜਿਹੜਾ ਹੈਗਾ ਕਿ ਪੰਜਾਬ ਦੀ ਮਿੱਟੀ ਤੇ ਪੰਜਾਬੀ ਬੋਲਦੇ ਇਲਾਕਿਆਂ 'ਚ ਚੰਡੀਗੜ੍ਹ ਉਸਾਰਿਆ ਗਿਆ ਤੇ ਸਾਨੂੰ ਪੰਜਾਬ ਦੇ ਲੋਕਾਂ ਨੂੰ ਚੰਡੀਗੜ੍ਹ 'ਚ ਪ੍ਰਦਰਸ਼ਨ ਕਰਨ ਤੱਕ ਦੀ ਜਿਹੜੀ ਇਜਾਜ਼ਤ ਨਹੀਂ ਦਿੱਤੀ ਜਾਂਦੀ, ਤਾਂ ਮੁਹਾਲੀ ਦੀ ਪੁਲਿਸ ਜਿਹੜੀ ਕਿ ਭਗਵੰਤ ਮਾਨ ਪੰਜਾਬ ਦੀ ਪੁਲਿਸ ਹੈ ਸੀਐਮ ਦੀ, ਉਹਨਾਂ ਦਾ ਕੋਈ ਹੱਕ ਨਹੀਂ ਸੀ ਵਿਦਿਆਰਥੀਆਂ ਨੂੰ ਰੋਕਣ ਦਾ। ਇਸ ਲਈ ਜੇ ਸੰਗਰੂਰ 'ਚ ਵਿਦਿਆਰਥੀਆਂ ਨੂੰ ਰੋਕਣ ਦੀ ਗਲਤੀ ਕੀਤੀ ਗਈ ਤਾਂ ਇਹਦੇ ਗੰਭੀਰ ਨਤੀਜੇ ਆ ਜਿਹੜੇ ਪੰਜਾਬ ਸਰਕਾਰ ਨੂੰ ਭੁਗਤਣੇ ਪੈਣਗੇ। ਅੱਜ ਦੇ ਸਮੇਂ 'ਚ ਸਿਰਫ ਪੰਜਾਬ ਦੇ ਕਾਲਜ ਇਹਦੇ ਨਾਲ ਜੁੜੇ ਹੋਏ ਨੇ, ਪੰਜਾਬ ਦੇ ਹੀ ਐਕਸ ਅਫੀਸ਼ੀਓ ਮੈਂਬਰ ਇਹਦੇ ਵਿੱਚ ਸੈਨੇਟ ਵਿੱਚ ਹੁੰਦੇ ਨੇ, ਤੇ ਪੰਜਾਬ ਸਰਕਾਰ ਇਸ ਨੂੰ ਇੱਕ ਮਤਾ ਪਾ ਕੇ ਇੱਕ ਸੂਬੇ ਦੀ ਯੂਨੀਵਰਸਿਟੀ ਡਿਕਲੇਅਰ ਕਰੇ। ਅਸੀਂ ਇਹ ਚਾਹੁੰਦੇ ਆ ਵੀ ਕੱਲਾ ਕੇਂਦਰੀਕਰਨ ਦੇ ਖਿਲਾਫ ਨਹੀਂ ਲੜਾਈ, ਅਸੀਂ ਚਾਹੁੰਦੇ ਆ ਇਹਦੇ ਉੱਤੇ ਹੱਕ ਪੰਜਾਬ ਦਾ ਤੇ ਪੰਜਾਬ ਸਰਕਾਰ ਇਹਦੇ ਵਿੱਚ ਆਪਦੀ ਜਿਹੜੀ ਬਣਦੀ ਭੂਮਿਕਾ ਉਹ ਨਿਭਾਵੇ। ਉਧਰ ਵਿਦਿਆਰਥੀਆਂ ਨੇ ਵੱਖੋ ਵੱਖਰੀ ਰਾਜਨੀਤਿਕ ਪਾਰਟੀਆਂ ਅਤੇ ਆਮ ਲੋਕਾਂ ਤੋਂ ਵੀ ਸਮਰਥਨ ਦੀ ਮੰਗ ਕੀਤੀ ਹੈ। ਦੇਖੋ, ਇਹਦੇ ਤੇ ਸਾਨੂੰ ਬਹੁਤ ਸਾਰੇ ਪੰਜਾਬ ਦੇ ਵਿੱਚੋਂ ਸੰਪਰਕ ਹੋਏ ਆ। ਸਾਨੂੰ ਕੱਲੀ ਕਿਸਾਨ ਜਥੇਬੰਦੀ ਨੇ ਬਿਲਕੁਲ ਉਹਨਾਂ ਨੇ ਸਾਨੂੰ ਇਹ ਵਾਅਦਾ ਕੀਤਾ ਕਿ ਅਸੀਂ ਜੋ ਜ਼ਿੰਮੇਵਾਰੀ ਤੁਸੀਂ ਦਿਓਗੇ ਅਸੀਂ ਕਿਸਾਨ ਯੂਨੀਅਨਾਂ ਉਹਦੇ ਵਿੱਚ ਖੁੱਲ੍ਹ ਕੇ ਸਾਹਮਣੇ ਆਉਣਗੀਆਂ। ਉਹਦੇ ਤੋਂ ਬਿਨਾਂ ਪੰਜਾਬ ਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਬਹੁਤ ਸਾਰੇ ਯੂਥ ਵਿੰਗ ਇੱਦਾਂ ਦੇ ਹੈਗੇ ਆ, ਪਿੰਡਾਂ ਦੇ ਕਲੱਬ ਹੈਗੇ ਆ, ਈਵਨ ਸਾਡੇ ਕੋਲੇ ਇੱਥੋਂ ਤੱਕ ਕਿ ਅਕਾਲੀ ਦਲ, ਕਾਂਗਰਸ, ਇਹ ਵੀ ਸਾਰੇ ਸਾਨੂੰ ਸੰਪਰਕ ਕਰ ਰਹੇ ਆ। ਪਰ ਸਾਡਾ ਵਿਦਿਆਰਥੀਆਂ ਦਾ ਇੱਕ ਇਸ ਵਾਰੀ ਅਸੀਂ ਇੱਕ ਗੱਲ ਕਲੀਅਰ ਕਰ ਦੇਣੀ ਚਾਹੁੰਦੇ ਆ ਕਿ ਪੰਜਾਬ ਯੂਨੀਵਰਸਿਟੀ 1947 ਤੋਂ ਜਿਵੇਂ ਸਾਡਾ ਪੰਜਾਬੀ ਪਾਕਿਸਤਾਨ ਤੋਂ ਉੱਜੜ ਕੇ ਇੱਥੇ ਆਇਆ, ਜਿਵੇਂ ਉਹਦਾ ਪਰਿਵਾਰ ਉੱਜੜ ਕੇ ਆਇਆ, ਜਿਵੇਂ ਉਹਦਾ ਘਰ-ਬਾਰ, ਜਿਵੇਂ ਉਹਦੀ ਜ਼ਮੀਨ ਜਾਇਦਾਦ ਸਾਰਾ ਕੁਝ ਉਹ ਪਿੱਛੇ ਛੱਡ ਕੇ ਆਇਆ, ਆਈ ਇਹ ਯੂਨੀਵਰਸਿਟੀ ਇੱਕ ਜਿਉਂਦੇ ਜਾਗਦੇ ਮਨੁੱਖ ਦੀ ਤਰ੍ਹਾਂ ਉੱਥੋਂ ਉੱਜੜ ਕੇ ਆਈ ਹੈ। ਇਹ ਨਹੀਂ ਹੈ ਕਿ ਇਸ ਸੈਂਟਰ ਨੇ ਰਹਿਮ ਕਰਮ ਕਰਕੇ ਬਣਾਈ ਸੀ। ਇਹ ਯੂਨੀਵਰਸਿਟੀ ਜਦੋਂ ਉਦੋਂ ਵੀ ਬਣਾਈ ਗਈ ਸੀ ਲਾਹੌਰ ਦੇ ਵਿੱਚ, ਸਾਡੀਆਂ ਪੰਜਾਬ ਦੀਆਂ ਸਿੱਖ ਰਿਆਸਤਾਂ ਸੀ ਜਿਹੜੀਆਂ, ਉਹਨਾਂ ਰਿਆਸਤਾਂ ਦੇ ਰਾਜਿਆਂ ਨੇ ਕਹਿ ਲਈਏ ਜਾਂ ਉੱਥੋਂ ਦੇ ਲੋਕਾਂ ਨੇ ਇਹਨੂੰ ਫੰਡ ਦੇ ਕੇ ਯੂਨੀਵਰਸਿਟੀ ਖੜੀ ਕੀਤੀ ਸੀ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਜਨਾ ਅਗਨੀਪਥ ਤੇ ਆਮ ਆਦਮੀ ਪਾਰਟੀ ਦੇ ਆਗੂ ਨੇ ਬੀਜੇਪੀ ਤੇ ਕਈ ਵੱਡੇ ਸਿਆਸੀ ਇਲਜ਼ਾਮ ਲਗਾਏ ਨੇ। ਦੇਸ਼ ਦੀ ਸੈਨਾ 'ਚ ਭਰਤੀ ਨੂੰ ਲੈ ਕੇ ਅਗਨੀਪਥ ਨਾਮ ਦੀ ਯੋਜਨਾ ਸ਼ੁਰੂ ਕੀਤੀ ਜਾਂ ਕਰਨ ਜਾ ਰਹੀ ਹੈ, ਉਹਦੀ ਘੋਸ਼ਣਾ ਕੀਤੀ, ਜਿਹਦੇ 'ਚ ਸੈਨਾ ਦੀ ਭਰਤੀ ਦੇ ਨਾਂ ਤੇ ਨੌਜਵਾਨਾਂ ਨੂੰ 4 ਸਾਲ ਲਈ ਫੌਜ ਭਰਤੀ ਕੀਤਾ ਜਾਊਗਾ, ਨਾ ਤੇ ਉਸ ਤੋਂ ਬਾਅਦ ਕੋਈ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਊਗੀ, ਨਾ ਕੋਈ ਫਿਊਚਰ ਵਾਸਤੇ ਕੋਈ ਉਹਨਾਂ ਦਾ ਕੋਈ ਪ੍ਰਬੰਧ ਕੀਤਾ ਜਾਊਗਾ ਤੇ ਨਾ ਕੋਈ ਰਿਵਾਰਡ ਦਿੱਤਾ ਜਾਊਗਾ। ਯਾਨੀ ਕਿ ਮੋਦੀ ਸਰਕਾਰ ਅਗਨੀਪਥ ਨਾਮ ਦੀ ਯੋਜਨਾ ਦੇ ਨਾਲ ਦੇਸ਼ ਨੂੰ ਅੱਗ ਦੇ ਵਿੱਚ ਝੋਂਕਣ ਦੀ ਜਿਹੜੀ ਕੋਸ਼ਿਸ਼ ਕਰ ਰਹੀ ਹੈ, ਜਿਹੜੀ ਬਹੁਤ ਖਤਰਨਾਕ ਹੈ। ਦੇਸ਼ 'ਚ ਨੌਜਵਾਨਾਂ 'ਚ ਫੌਜ ਭਰਤੀ ਨੂੰ ਲੈ ਕੇ ਇੱਕ ਉਤਸ਼ਾਹ, ਦੇਸ਼ ਭਗਤੀ ਦੀ ਭਾਵਨਾ ਇੱਕ ਨੋਬਲ ਕੌਜ਼ ਮੰਨਿਆ ਜਾਂਦਾ ਹੈ। ਲੇਕਿਨ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪਿਛਲੇ 8 ਸਾਲਾਂ 'ਚ ਜਿਹੜੇ ਕਿ ਕਹਿੰਦੇ ਸੀ ਅਸੀਂ ਹਰ ਸਾਲ 5 ਕਰੋੜ ਨੌਜਵਾਨਾਂ ਨੂੰ ਦੇਸ਼ 'ਚ ਨੌਕਰੀਆਂ ਦੇਵਾਂਗੇ,
ਉਸ ਬੀਜੇਪੀ ਸਰਕਾਰ ਦੇ ਰਜੀਮ 'ਚ ਅੱਜ ਦੇਸ਼ 'ਚ ਜਿਹੜੀ ਬੇਰੁਜ਼ਗਾਰੀ ਦਰ ਹੈ ਹਾਈਐਸਟ ਲੈਵਲ ਤੇ ਪਹੁੰਚ ਗਈ ਹੈ। ਯਾਨੀ ਕਿ ਦੇਸ਼ 'ਚ ਪਿਛਲੇ 45 ਸਾਲਾਂ 'ਚ ਇਤਿਹਾਸਿਕ ਬੇਰੁਜ਼ਗਾਰੀ ਦਰ ਵਧਿਆ, ਬੇਰੁਜ਼ਗਾਰ ਵਧਿਆ, ਔਰ ਸਿਰਫ ਤੇ ਸਿਰਫ ਬੀਜੇਪੀ ਸਰਕਾਰ ਨੇ ਝੂਠੇ ਲਾਰੇ, ਝੂਠੇ ਦਾਅਵੇ ਦੇਣ ਦੀ ਕੋਸ਼ਿਸ਼ ਕੀਤੀ ਆ, ਲੋਕਾਂ ਨੂੰ ਗੁੰਮਰਾਹ ਕੀਤਾ, ਔਰ ਉਸੇ ਕੜੀ 'ਚ ਜਿਹੜੀ ਇਹ ਅਗਨੀਪਥ ਯੋਜਨਾ ਲੈ ਕੇ ਆ ਰਿਹਾ, ਉਹ ਵੀ ਸਿੱਧਾ ਕੋਝਾ ਨੌਜਵਾਨਾਂ ਦਾ ਮਜ਼ਾਕ ਹੈ, ਦੇਸ਼ ਦੀ ਫੌਜ ਦਾ ਅਪਮਾਨ ਹੈ। ਉਧਰ ਕੱਲ ਪੰਜਾਬ ਦੇ ਸ਼ਰਾਬ ਠੇਕੇਦਾਰਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਉਹਨਾਂ ਇਸ ਪ੍ਰੈਸ ਕਾਨਫਰੰਸ ਵਿੱਚ ਭਗਵੰਤ ਮਾਨ ਵੱਲੋਂ ਲਾਗੂ ਕੀਤੀ ਗਈ ਆਬਕਾਰੀ ਨੀਤੀ ਭਾਵ ਸ਼ਰਾਬ ਨੀਤੀ ਤੇ ਆਪਣੀ ਨਾਰਾਜ਼ਗੀ ਜਤਾਈ ਹੈ। ਦੇਖੋ ਜੀ, ਇਹਨਾਂ ਨੇ ਰੈਵਨਿਊ ਜਿਹੜਾ ਹੈਗਾ ਉਹ 40% ਜਿਹੜਾ ਇਹਨਾਂ ਨੇ ਇਨਕਰੀਜ਼ ਕਰਤਾ। ਪਹਿਲੇ ਅਦਰ ਜਿਹੜੇ ਸਾਲ ਚੱਲਦੇ ਸੀਗੇ, ਆਮ ਰੈਵਨਿਊ ਹਰ ਸਰਕਾਰ ਇੱਕ ਫੰਡਾ ਹੈਗਾ ਵੀ ਹਰ ਸਾਲ ਤਕਰੀਬਨ 10% 12% ਲੋਕ ਹੈ ਜਿਹੜੇ ਉਹ ਦਾਰੂ ਪੀਣ ਵਾਲੇ ਵੱਧ ਜਾਂਦੇ ਆ, ਉਹਨਾਂ ਦੀ ਗਿਣਤੀ ਵੱਧ ਜਾਂਦੀ ਹੈ। ਕੁਝ ਬੱਚੇ ਨੌਜਵਾਨ ਹੋ ਜਾਂਦੇ ਆ, ਕੁਝ ਦਾਰੂ ਪੀਣ ਲੱਗ ਜਾਂਦੇ ਆ। ਇਸ ਤਰ੍ਹਾਂ ਕਰਕੇ ਉਹ 10-12% ਜਿਹੜੀ ਇਨਕਰੀਜ਼ ਹੁੰਦੀ ਹੈ, ਤਾਂ ਸਰਕਾਰ ਉਸ ਇਨਕਰੀਜ਼ ਨੂੰ ਵੇਖਦੇ ਹੋਏ ਹਰ ਸਾਲ ਸਾਡਾ ਜਿਹੜਾ 10-12% ਜਿਹੜਾ ਰੈਵਨਿਊ ਆ ਉਹ ਵਧਾ ਦਿੰਦੀ ਹੈ। ਪਰ ਇਹਨਾਂ ਨੇ ਕੀ ਕੀਤਾ, ਉਹ 40% ਸਾਡਾ ਰੈਵਨਿਊ ਵਧਾਤਾ। ਔਰ ਉਸ ਤੋਂ ਇਲਾਵਾ ਸਾਡੇ ਜਿਹੜੇ ਸਰਕਲ ਸੀ ਵੀ ਇਹ ਜਿਹੜੇ ਛੋਟੇ ਠੇਕੇਦਾਰ ਹੈ, ਕਾਰੋਬਾਰੀ ਹੈ ਪੰਜਾਬ ਦੇ, ਇਹ ਕਾਰੋਬਾਰ ਨਾ ਲੈ ਸਕਣ, ਤਾਂ ਇਸ ਨਾਲ ਇਹਨਾਂ ਨੇ ਸਾਡੇ ਜਿਹੜੇ ਸਰਕਲ ਦੀ ਸ਼ੇਪ ਹੈ, ਉਹਦਾ ਖੇਤਰਫਲ ਹੈ, ਉਹ ਬਹੁਤ ਵੱਡਾ ਕਰਤਾ। ਇੰਨਾ ਵੱਡਾ ਕਰਤਾ ਵੀ ਉਹਦੀ ਜਿਹੜੀ ਕੀਮਤ ਆ ਉਹ 35 ਤੋਂ 40 ਕਰੋੜ ਰੁਪਇਆ ਕਰਤੀ ਇੱਕ ਸਰਕਲ ਦੀ ਕੀਮਤ। ਪਹਿਲੇ ਜਿਹੜੀ ਕੀਮਤ ਹੁੰਦੀ ਸੀ ਉਹ ਤਕਰੀਬਨ 8 ਕਰੋੜ 10 ਕਰੋੜ ਦਾ ਇੱਕ ਸਰਕਲ ਹੋਇਆ ਕਰਦਾ ਸੀ। ਜਿਹੜੀ ਹੁਣ 35-40 ਕਰੋੜ ਦਾ ਸਰਕਲ ਆ, ਇਹਦੇ ਵਾਸਤੇ ਬਹੁਤ ਪੂੰਜੀ ਦੀ ਲੋੜ ਹੈ। ਇੰਨੀ ਪੂੰਜੀ ਸਾਡੇ ਆਮ ਲੋਕਾਂ ਕੋਲ ਹੈ ਹੀ ਨਹੀਂ। ਪੰਜਾਬ ਦਾ ਤਾਂ ਪਹਿਲਾਂ ਹੀ ਨਸ਼ਿਆਂ ਨੇ ਲੱਕ ਤੋੜਿਆ ਹੋਇਆ, ਹਰ ਚੀਜ਼ ਦੀ ਬੇਰੁਜ਼ਗਾਰੀ ਫੈਲੀ ਹੋਈ ਹੈ। ਕਿਸੇ ਲੜਕੇ ਕੋਲੇ, ਨੌਜਵਾਨ ਕੋਲੇ ਰੁਜ਼ਗਾਰ ਨਹੀਂ ਹੈਗਾ। ਸਾਡੇ ਪੜ੍ਹੇ ਲਿਖੇ ਨੌਜਵਾਨ ਸੜਕਾਂ 'ਤੇ ਤੁਰੇ ਫਿਰਦੇ ਆ ਵਿਹਲੇ। ਸੋ ਇਸ ਕਰਕੇ ਸਾਥੋਂ ਕਾਰੋਬਾਰ ਖੋਣ ਵਾਸਤੇ ਇਹਨਾਂ ਨੇ ਬਹੁਤ ਮਹਿੰਗੀ ਪਾਲਿਸੀ ਬਣਾਈ ਹੈ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਜਨਾ ਅਗਨੀਪਥ ਤੇ ਕਈ ਥਾਵਾਂ ਤੇ ਰੋਸ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੀ ਸਟੂडेंट ਐਸੋਸੀਏਸ਼ਨ ਵੱਲੋਂ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ। ਸੁਣਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ। हमारी मांग ये कि जो अग्निवीर करके इन्होंने जो रिक्रूटमेंट स्कीम निकाली है उसको वापस लिया जाए या उसमें संशोधन किया जाए, उसको दोबारा से संशोधित करके लाया जाए। हाँ, वो ठीक, वो गलत है। हिंसा करना बहुत गलत बात है, लेकिन अगर देश के युवाओं को जो है अगर उनको सही चीज़ नहीं मिलेगी, बेरोजगारी से इतना यंग हमारा यूथ इतना ज़्यादा परेशान है बेरोजगारी की वजह से, तो वो उसकी अंदर से निकलती है चीज़ें, इसलिए वो हाँ कर रहे हैं। वो गलत है, वो गलत है। हम भी उसको सपोर्ट नहीं करते हैं। गलत चीज़ को हम कभी सपोर्ट नहीं करते। मुझे ये नहीं समझ आ रहा 4 साल बाद इसमें युवा कहाँ जाएगा। वो सालों तक तैयारी करता है कि एक सरकारी नौकरी मिल जाए, अपने घर का पालन पोषण वो कर सके, उसके बाद साथ ही साथ देश की सेवा वो कर सके। आप कह रहे हो कि 4 साल आप नौकरी करो फिर टाटा बाय बाय, उसके बाद उसका क्या होगा? कोई एश्योरेंस है, कोई पॉलिसी है केंद्र सरकार की कि 4 साल बाद ये करेंगे? 4 साल बाद आपने नौकरी करके उसे यूज़ एंड थ्रो कर दिया, अब वो किसी ना घर का ना घाट का, फिर दोबारा से वो अपनी तैयारी शुरू करेगा। हम लोगों की मांगे सिर्फ इतनी है कि आप देख रहे हैं देश का जो छात्र वर्ग है उसके साथ लगातार साल से शोषण उसका होता आ रहा है। उसके बाद से आप रेलवे की भर्ती देखिए, एक तो निकलती इतनी कम, जो भी भर्ती है, चाहे नौसेना हो, चाहे जल सेना हो, चाहे थल सेना हो, उसमें भर्तियां कम निकलती हैं, जिसमें लाखों स्टूडेंट्स एनरोल करते हैं हर साल, उसमें घपला हो रहा होता है। उसके बाद अब सरकार एक ऐसी पॉलिसी को लेकर आ गई है, एक ऐसे कानून को लेकर आ गई है जिसमें उनकी ज़िंदगी को पूरी तरीके से बर्बाद किया जा रहा है। 17 साल से 21 साल की उम्र, आप लोग खुद बताएं कि कितनी छोटी उम्र होती है, और उसमें बच्चा एग्जाम पास करता है, फिजिकल पास करके वो पेपर निकालता है, और उसकी ज़िंदगी उस पर निर्धारित होती है, उसका पूरा परिवार उस पर निर्धारित होता है, जिसको केवल 4 साल के लिए सीमित कर दिया गया है। हम लोगों की मांग है कि इस पॉलिसी को बिल्कुल वापस लिया जाए। ਅਤੇ ਹੁਣ ਗੱਲ ਕਰਦੇ ਹਾਂ ਕਾਂਗਰਸ ਦੀ ਸਾਬਕਾ ਵਿਧਾਇਕ ਕੁਮਾਰੀ ਸ਼ੈਲਜਾ ਦੀ। ਉਹਨਾਂ ਨੇ ਵੀ ਪ੍ਰਧਾਨ ਮੰਤਰੀ ਦੀ ਯੋਜਨਾ ਅਗਨੀਪਥ ਤੇ ਬਿਆਨ ਦਿੱਤਾ। ये केवल ये नहीं है, ये पूरा देश का माहौल जो आपने बिगाड़ दिया है, ताना बाना बिगाड़ दिया है। लोगों में एक जिस तरह की मानसिकता आपने डाल दी है कि इस सरकार से कुछ मिलने वाला नहीं है, ये वो माहौल जो आपने तैयार किया है पूरे देश में, उसका नतीजा आप देख रहे हैं। हम यही चाहेंगे, जैसे हमारे नेता राहुल जी ने कहा है, कि इसको तुरंत प्रभाव से आपको वापस लेना पड़ेगा, लेना चाहिए। और कृपया हमारी आर्म्ड फोर्सेस का जो मोराल होता है उसे डाउन मत कीजिए, क्योंकि आर्म्ड फोर्सेस अपने देश के लिए, हमारा जवान, हमारे डिफेंस के लोग
देश के लिए, इस भारत माता के लिए अपने जान तक न्यौछावर करते हैं, उनका मोराल डाउन होगा, मोटिवेशन कम होगी और हमारे नौजवान के लिए आगे आप अंधकार में उसे धकेल रहे हैं। आप कैसे फौजी तैयार कर रहे हैं कि जिन्हें आप भर्ती भी कर रहे हैं, किस हिसाब से कि 4 साल के लिए भर्ती करेंगे और उनमें से 25% को केवल रखेंगे, 75% को आप बाहर कर देंगे। इसमें सोची समझी चाल है, साजिश है भारतीय जनता पार्टी की सोच की। उधर लारेंस बिश्नोई के वकील विशाल चोपड़ा का भी बयान सामने आया है। उन्होंने लारेंस बिश्नोई से बड़ी अपडेट दी है। आओ सुनते हैं उन्होंने एक खास बयान। सबसे बड़ा वायलेशन है वो है कि इस टाइप के जो भी रिमांड एप्लीकेशंस हैं या ड्यूरिंग द पीरियड ऑफ इंटेरोगेशन जो है उसके अंदर में जब भी एक्यूज का रिमांड लिया जाएगा तो उसको बाकायदा एक कैमरा प्रोसीडिंग के अंदर एक कैमरा वाली सर्वेलेंस वाली जगह पे जहां पे बाकायदा कैमरा लगे होने चाहिए, उसी के दौरान उसकी पूरी इंटेरोगेशन होगी। ये एक लैंडमार्क जजमेंट है जिसका पूरा वायलेशन है। परमवीर सिंह सैनी वर्सेस बलजीत सिंह, ये सुप्रीम कोर्ट की लैंडमार्क जजमेंट है जिसमें साफ बताया जा चुका है कि अगर किसी की इंटेरोगेशन होगी तो कैमरा प्रोसीडिंग के अंदर होगी, वहां पे कैमराज होने चाहिए। लेकिन इसका वायलेशन किया जा रहा है क्योंकि मेरे क्लाइंट को ब्रूटली मारा जा रहा है। मेरे क्लाइंट लॉरेंस बिश्नोई को ब्रूटली बहुत उसको पेश दी जा रही है, उसके 3rd डिग्री टॉर्चर किया जा रहा है, उसकी जान को खतरा है। इसीलिए मैं आज आप लोगों के रूबरू आया हूं ये अपील करने के लिए पंजाब गवर्नमेंट, स्टेट गवर्नमेंट को और एंटायर पंजाब पुलिस को कि आप वायलेशंस कर रहे हैं। कल इसका जवाब आपको कोर्ट में देना पड़ेगा। मैं कोर्ट में इसके खिलाफ रिट लगाऊंगा। आपको पूरी वीडियोग्राफी जो अब तक उन्होंने अपने इंटेरोगेशन में की है वो प्रोवाइड करनी पड़ेगी। आप उसकी वीडियोग्राफी जानबूझ के नहीं कर रहे हैं। बाकायदा उसका मेडिकल कराने के लिए डॉक्टर्स वहां बुला के अपने मनमाने तरीके से उसका मेडिकल बनवाया जा रहा है। इसके अलावा मेरे क्लाइंट लॉरेंस बिश्नोई का जो अधिकार है 41D CRPC के अंदर कि उसको अपनी मर्जी के एडवोकेट से मिलने की परमिशन दी जाए, उसका टोटली वायलेशन किया जा रहा है। उसको किसी से मिलने नहीं दिया जा रहा, क्योंकि इसलिए नहीं मिलने दिया जा रहा क्योंकि आप कंसील करना चाहते हैं कि उसके साथ किस तरह की बेरहमी अंदर जो है बरती जा रही है पंजाब पुलिस के द्वारा। उधर श्रोमणी अकाली दल के आगू परमजीत सिंह सरना का बयान सामने आया। उन्होंने श्री करतारपुर साहिब कॉरीडोर के दर्शन की फीस वध होने से अपनी नाराजगी जताई है। सानू उम्मीद सी भी संगत हज़ारां की तादाद में रोज़ जाएगी, पर 2-3 गल्लां करके संगत की जिहड़ी उत्थे आमद है घट हैगी। एक हैगा कि पासपोर्ट जिहड़ा हैगा वो ले जाना जरूरी है, फिर रजिस्ट्रेशन करानी जरूरी है। रजिस्ट्रेशन कभी 10 बंदे कराते हैं तो 5 ही होती है मंगलवार, अगले 5 ही होती है वीरवार। ये दिक्कत आ रही हैं। असी ये चाहते हाँ कि जिहड़ा आधार कार्ड बनया होया, आधार कार्ड की फोटो कापी एक हिंदुस्तान की सरकार रख लवे, एक पाकिस्तान की सरकार रख लवे। शाम को गिनती पूरी हो जानी भी इन्ने बंदे गए तो इतने आए, बाकी बंदे कितने नहीं, वो दिक्कत नहीं आएगी, रिकॉर्ड पूरा रहेगा। दूसरा वो मैं ये भी चाहवागा कि जी पाकिस्तान सरकार $20 फीस लैंदी हैगी उसनू $10 किया जाए ताकि संगत के उत्ते बोझ ना पै सके। $10 जोड़े है वो ठीक है, चलो उन्होंने ट्रांसपोर्ट बार्डर तो लैके गुरुद्वारे तक देनी है, फिर वापस छड्डण आना है। उन्होंने ट्रांसपोर्ट भी बहुत वधिया है, एयर कंडीशन बसां, पर $20 इज़ टू मच। ये अगर 2 गल्लां ठीक हो जान दोवां सरकारां वालों तो मैं समझदा कि उत्ते ਜਿਹੜੀਆਂ ਸੰਗਤਾਂ दर्शन करना ਚਾਹੁੰਦੀਆਂ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵਧੇ। ਅੱਜਕੱਲ ਜ਼ਿਆਦਾਤਰ ਲੋਕ ਆਪਣੇ ਦੰਦਾਂ ਦੀ ਸਿਹਤ ਨੂੰ ਲੈ ਕੇ ਜਾਗਰੂਕ ਨਹੀਂ ਹਨ ਅਤੇ ਇਹੀ ਕਾਰਨ ਹੈ ਕਿ ਅਸੀਂ ਕਈ ਵੱਡੀਆਂ ਬਿਮਾਰੀਆਂ ਦੇ ਸ਼ਿਕਾਰ ਵੀ ਹੋ ਜਾਂਦੇ ਹਾਂ। ਇਹ ਸਾਰੇ ਮਸਲੇ ਨੂੰ ਲੈ ਕੇ ਡਾਕਟਰ ਖੁਸ਼ਪ੍ਰੀਤ ਕੌਰ ਨੇ ਲੋਕਾਂ ਨੂੰ ਓਰਲ ਹੈਲਥ ਬਾਰੇ ਜਾਗਰੂਕ ਕੀਤਾ। ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪਸ ਵੱਲੋਂ ਕਈ ਪ੍ਰੋਗਰਾਮ ਵੀ ਕੀਤੇ ਜਾ ਰਹੇ ਹਨ। जैसा कि हम सब लोग जानते हैं कि ग्लोबलाइजेशन आजकल एक कीवर्ड है। बहुत इम्पॉर्टेंट है कि सारा ग्लोब जो है वो इकट्ठा काम करे और एक ही स्टैंडर्डाइजेशन ऑफ केयर होनी चाहिए। हमें मौका मिला कि ये एक बहुत ही यंग डेंटल सर्जन है जो US से आई हैं और बहुत ही मोटिवेटेड है, डॉक्टर खुशप्रीत कौर। सो हमने इनका एक लेक्चर कराया था कि जो एथिक्स हैं, डेंटल एथिक्स जो हैं, जो हिंदुस्तान में और अमेरिका में उसमें क्या फ़र्क है। फ़र्क ज़्यादा नहीं है, शायद हमारा फ़र्क है हमारी सोच में। शायद रूल्स को तोड़ना हमें एक प्रिविलेज लगता है हिंदुस्तान में, एक रेड लाइट को जंप करना हमें लगता है हमने बहुत बहादुरी का काम किया है, जो कभी भी एक अमेरिका में कोई नहीं करेगा, क्योंकि मन से ये आवाज़ ही नहीं आएगी कि हमने रेड लाइट जंप करना है। उसी तरह जब हम एक पेशेंट पे काम कर रहे हैं तो हमारे वर्क एथिक्स और इम्प्रूव होने चाहिए,
कि हम अपने पेशेंट्स की प्राइवेसी को रिस्पेक्ट करें, यही उन्होंने भी बताया है। ਜਿਹੜਾ ਡੈਂਟਲ ਕਾਲਜ ਹੈ ਉਹਦਾ ਆਲਰੇਡੀ ਜਿਹੜਾ ਸਾਡੇ ਕੋਲ ਮੈਂਡੇਟ ਹੈ, ਉਹ ਜਿਹੜੇ ਡੈਂਟਿਸਟਰੀ ਇਨ ਦਿਸ ਏਰੀਆ ਉਹਦਾ ਅਸੀਂ ਲੁੱਕ ਆਫਟਰ ਕਰ ਰਹੇ ਹਾਂ। ਸਾਡੇ ਕੋਲ ਜ਼ਿਆਦਾ ਪੇਸ਼ੈਂਟ ਐਕਟਿਵਲੀ ਸਾਡੇ ਕੋਲ ਆਉਂਦੇ ਨੇ, ਉਹਨਾਂ ਦਾ ਅਸੀਂ ਟ੍ਰੀਟਮੈਂਟ ਕਰਦੇ ਹਾਂ। ਸਾਡਾ ਜਿਹੜਾ ਕਮਿਊਨਿਟੀ ਮੈਡੀਸਨ ਦਾ ਡਿਪਾਰਟਮੈਂਟ ਉਹ ਰੈਗੂਲਰਲੀ ਉਹਨਾਂ ਨੂੰ ਇੱਕ ਬੱਸ ਦਿੱਤੀ ਹੋਈ ਹੈ ਜਿਹਦੇ ਸਾਰੇ ਡੈਂਟਲ ਇਕਵਿਪਮੈਂਟ ਹੈਗੇ, ਤੋਂ ਕਮਿਊਨਿਟੀ ਦੇ ਵਿੱਚ ਜਾਂਦੇ ਨੇ, ਉੱਥੇ ਲੋਕਾਂ ਦਾ ਉੱਥੇ ਟ੍ਰੀਟਮੈਂਟ ਕਰਦੇ ਨੇ। ਸਾਡੇ ਇੰਟਰਨਲ ਬੱਚੇ ਵੀ ਸਿੱਖਦੇ ਨੇ ਅਤੇ ਲਗਾਤਾਰ ਸਾਡਾ ਪ੍ਰੋਗਰਾਮ ਆਲਰੇਡੀ ਹੈਗਾ। ਜਦੋਂ ਨਵੀਂ ਗੌਰਮੈਂਟ ਆਈ ਹੈ ਉਹਦੇ ਨਾਲ ਅਸੀਂ ਕੋਲੈਬੋਰੇਟ ਕਰਾਂਗੇ, ਜਿੰਨਾ ਵੀ ਇਹਨੂੰ ਅਸੀਂ ਐਕਸਪੈਂਡ ਕਰਨਾ ਚਾਹੁੰਦੇ ਨੇ। ਵੀ ਹੈਵ ਦੀ ਫੈਸਿਲਿਟੀਜ਼ ਐਂਡ ਵੀ ਵਿਲ ਡੂ ਇਟ। ਇਹ ਗਵਰਨਮੈਂਟ ਟੂ ਗਵਰਨਮੈਂਟ ਚੱਲ ਰਿਹਾ ਹੈ। ਦਿੱਲੀ ਗਵਰਨਮੈਂਟ ਪਾਰਟਿਸਿਪੇਟ ਕਰ ਰਹੀ ਹੈ, ਗਵਰਨਮੈਂਟ ਆਫ ਇੰਡੀਆ ਪਾਰਟਿਸਿਪੇਟ ਕਰ ਰਹੀ ਹੈ, ਪੰਜਾਬ ਗਵਰਨਮੈਂਟ ਵੀ ਇਹਦੇ ਪਾਰਟਿਸਿਪੇਟ ਕਰ ਰਹੀ ਹੈ। ਇਨੀਸ਼ੀਅਲ ਸਟੇਜ ਇਹਦੀ ਹੋ ਚੁੱਕੀ ਹੈ, ਨੈਕਸਟ ਇਹਦੀ ਅੱਗੋਂ ਕੰਟੀਨਿਊ ਰਹਿਣਗੇ। ਅਤੇ ਹੁਣ ਗੱਲ ਕਰਦੇ ਹਾਂ ਖੇਡ ਜਗਤ ਦੀ। ਪੰਜਾਬ ਦੀ ਧੀ ਨੇ ਕੀਤਾ ਲੁਧਿਆਣੇ ਦਾ ਨਾਂ ਰੋਸ਼ਨ। ਖੇਲੋ ਇੰਡੀਆ 'ਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਬਣੀ ਪੰਜਾਬ ਦੀ ਪਹਿਲੀ ਧੀ, ਜਿਸ ਦਾ ਨਾਮ ਹੈ ਇਸ਼ਾਨੀ। ਇਸ ਨੇ ਸਿਰਫ ਕੌਮ ਹੀ ਨਹੀਂ ਸਗੋਂ ਕ੍ਰਾਂਤੀਕਾਰੀ ਮੁਕਾਬਲਿਆਂ 'ਚ ਵੀ ਝੰਡੇ ਗੱਡੇ ਨੇ। ਮੈਂ ਹਲੇ ਖੇਲੋ ਇੰਡੀਆ ਯੂਥ ਗੇਮਸ ਜੋ ਪੰਚਕੂਲਾ ਹੋਈ ਸੀ ਉਹ ਖੇਡ ਕੇ ਆਈ ਹਾਂ ਅਤੇ ਉਹ 'ਚ ਮੇਰਾ ਸਿਲਵਰ ਮੈਡਲ ਹੈ। ਸੋ ਕਿਸ ਤਰ੍ਹਾਂ ਦੀ ਤਿਆਰੀ ਰਹੀ ਤੁਹਾਡੀ ਔਰ ਕਿੰਨਾ ਟਫ ਮੁਕਾਬਲੇ ਹੋਏ ਉੱਥੇ, ਕਿੰਨਾ ਨਾਲ ਮੈਚ ਹੋਇਆ ਅਤੇ ਕਿੰਨੀ ਮੁਸ਼ਕਿਲ ਸੀਗੀ ਉੱਥੇ? ਮੁਸ਼ਕਿਲ ਥੋੜ੍ਹੀ ਘੱਟ ਸੀ ਕਿਉਂਕਿ ਉਹਨਾਂ ਨਾਲ ਮੈਂ ਪਹਿਲੇ ਵੀ ਖੇਡਿਆ ਹੋਇਆ, ਉਹਨਾਂ ਦੀਆਂ ਫਾਈਟਾਂ ਪਤਾ ਕਿਵੇਂ ਖੇਡਦੇ ਆ, ਉਹ ਗੇਮ ਪਤਾ ਸੀਗਾ ਉਹਨਾਂ ਦਾ। ਮੇਰਾ ਪਹਿਲਾ ਮੈਚ ਮਨੀਪੁਰ ਨਾਲ ਹੋਇਆ, ਦੂਜਾ ਹਿਮਾਚਲ ਪ੍ਰਦੇਸ਼ ਨਾਲ ਹੋਇਆ ਅਤੇ ਤੀਜਾ ਦਿੱਲੀ ਨਾਲ ਅਤੇ ਚੌਥਾ ਵੀ ਦਿੱਲੀ ਨਾਲ। 3 ਫਾਈਟਾਂ ਮੈਂ ਜਿੱਤੀਆਂ, ਸੈਮੀਫਾਈਨਲ ਤੱਕ ਮੈਂ ਜਿੱਤੀ ਅਤੇ ਫਾਈਨਲ ਫਾਈਟ ਵੀ ਮੇਰੀ 4 ਮਿੰਟ ਤੱਕ ਚੱਲੀ ਹੈ ਜੋ ਕਿ ਦਿੱਲੀ ਨਾਲ ਸੀ, ਪਰ ਐਂਡ 'ਚ ਡਿਸੀਜਨ ਦਿੱਲੀ ਨਾਲ ਗਿਆ। ਬਹੁਤ ਪ੍ਰਾਊਡ ਹੈ ਜੀ ਸਾਨੂੰ ਆਪਣੀ ਬੱਚੀ 'ਤੇ, ਔਰ ਖੁਸ਼ੀ ਤੁਹਾਨੂੰ ਪਤਾ ਹੀ ਹੈ, ਇੱਕ ਇਕੱਲਾ ਬੱਚਾ ਜਿਹੜਾ ਸਿਲਵਰ ਮੈਡਲ ਪੰਜਾਬ 'ਚ ਲੈ ਕੇ ਆਇਆ ਅਤੇ ਓਬਵੀਅਸਲੀ ਸਭ ਨੂੰ ਖੁਸ਼ੀ ਹੋਏਗੀ ਇਸ ਚੀਜ਼ ਦੀ। ਬਿਲਕੁਲ ਜੀ, ਫੈਸਿਲਿਟੀਜ਼ ਨਹੀਂ ਮਿਲਦੀਆਂ ਬੱਚਿਆਂ ਨੂੰ, ਇਸ ਕਰਕੇ ਪੇਰੈਂਟਸ ਆਪਣਾ ਦਿਲ ਨਹੀਂ ਰੱਖਦੇ ਕਿ ਬੱਚਿਆਂ ਨੂੰ ਇਸ ਤਰ੍ਹਾਂ ਬਾਹਰ ਭੇਜਣ ਵਾਸਤੇ ਜਾਂ ਟ੍ਰੇਨਿੰਗਸ ਵਾਸਤੇ, ਕਿਉਂਕਿ ਜਿੱਥੇ ਫੈਸਿਲਿਟੀਜ਼ ਹੋਣਗੀਆਂ ਹਰ ਕੋਈ ਚਾਹੁੰਦਾ ਹੈ ਕਿ ਸਾਡੇ ਬੱਚੇ ਨੂੰ ਐਟਲੀਸਟ ਇੱਕ ਬੇਸਿਕ ਫੈਸਿਲਿਟੀਜ਼ ਤਾਂ ਮਿਲਣ। ਲੰਮੇ ਸਮੇਂ ਤੋਂ ਬਾਰਿਸ਼ ਦੀ ਉਮੀਦ ਲਗਾ ਕੇ ਬੈਠੇ ਦਿੱਲੀ ਦੇ NCR ਦੇ ਲੋਕਾਂ ਦੇ ਲਈ ਕੱਲ ਸਵੇਰ ਪਏ ਮੀਂਹ ਨਾਲ ਕਾफ़ी राहत मिली। पिछले दिन जो बहुत भीषण गर्मी थी और इस वजह से बारिश आ गई, हमें इसी में खुशी है। और जितने भी लोग थे, जो जनता लोग थे, इनमें जो तड़प रहे थे गर्मी की वजह से, भीषण गर्मी थे, तो पिछले दिनों में तो इस बारे में जब बारिश आ गई तो हमें बड़ा खुशी लगे है। हरियाणा भवन के अंदर हम बड़ा सारे जनता खुश हो रहे। उधर फाजिलका 'ਚ 3 ਨਹਿਰਾਂ 'ਚ ਪਾੜ ਪੈ ਗਿਆ, ਜਿਸ ਨਾਲ ਫਸਲਾਂ ਵਿੱਚ ਵੀ ਪਾਣੀ ਭਰ ਗਿਆ। ਇਸ ਮੌਕੇ ਕਿਸਾਨਾਂ ਨੇ ਨਹਿਰੀ ਵਿਭਾਗ ਨੂੰ ਇਸ ਸਾਰੀ ਸਥਿਤੀ ਦਾ ਜ਼ਿੰਮੇਵਾਰ ਠਹਿਰਾਇਆ ਹੈ। ਮਾਮਲਾ ਇਸ ਤਰ੍ਹਾਂ ਹੈ ਜੀ, ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਉਮੀਦ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਲਿਆਂਦੀ ਸੀ, ਜਾਂ ਤਾਂ ਜੋ ਕਿ ਇੱਕ ਬਦਲਾਅ ਲਿਆਂਦਾ ਸੀ, ਜੋ ਕਿ ਸਰਕਾਰ ਤੋਂ ਲੋਕਾਂ ਨੇ ਵੱਡੀਆਂ ਉਮੀਦਾਂ ਲਾਈਆਂ ਸਨ, ਪਰ ਇਹ ਸਰਕਾਰ ਜਿਹੜੀ ਹੈ ਇਹ ਨਾਕਾਮ ਸਾਬਤ ਹੋ ਰਹੀ ਹੈ। ਤੁਸੀਂ ਵੇਖੋ ਕਿਸੇ ਪਾਸੇ ਬਾਰਿਸ਼ ਨਹੀਂ, ਬਹੁਤ ਵੱਡੀ ਔੜ ਲੱਗੀ ਹੋਈ ਹੈ, ਬਹੁਤ ਜ਼ਿਆਦਾ ਟੈਂਪਰੇਚਰ ਹੋ ਰਿਹਾ ਹੈ। ਔਰ ਜੋ ਅਬੋਹਰ ਦਾ ਏਰੀਆ ਬਾਗਾਂ ਦਾ, ਜਿਹਨੂੰ ਕੈਲੀਫੋਰਨੀਆ ਕਿਹਾ ਜਾਂਦਾ ਸੀ, ਉਹ ਇਲਾਕਾ ਨਹਿਰੀ ਪਾਣੀ 'ਤੇ ਡਿਪੈਂਡ ਕਰਦਾ ਹੈ ਔਰ ਧਰਤੀ ਹੇਠਲਾ ਪਾਣੀ ਵੀ ਮਾੜਾ ਹੈ। ਇਸ ਲਈ ਨਹਿਰੀ ਪਾਣੀ ਇਸ ਇਲਾਕੇ ਨੂੰ ਬਹੁਤ ਚਾਹੀਦਾ, ਪਰ ਸਰਕਾਰ ਦੀ ਨਾਕਾਮੀ ਔਰ ਪ੍ਰਸ਼ਾਸਨ ਦੀ ਨਲਾਇਕੀ ਕਾਰਨ ਨਹਿਰ ਕਦੇ ਕੋਈ ਬੰਦ ਕਰ ਲੈਂਦੇ ਨੇ, ਕਦੇ ਕਿਤੇ ਟੁੱਟ ਜਾਂਦੀ ਏ। ਰਾਤ ਨੂੰ ਹਨੇਰੀ ਖੜਾਈ ਸੀ, ਲੇਕਿਨ ਆਪਣੇ ਜਿਹੜੇ ਚੌਕ ਵੀ ਹੋਏ, ਜਿਵੇਂ ਕਿਹਾ ਜਾ ਰਿਹਾ ਜ਼ਿਮੀਂਦਾਰਾਂ ਵੱਲੋਂ ਵੀ ਕਿ ਬੇਲਦਾਰ ਨਹੀਂ ਪਹੁੰਚੇ, ਇਹ ਨਹੀਂ ਪਹੁੰਚੇ। ਆਪਣੇ ਰਾਤ ਨੂੰ 3 ਵਜੇ ਆਪਣੇ ਬੇਲਦਾਰ ਇੱਥੇ ਨਹਿਰ 'ਤੇ ਘੁੰਮੀ ਜਾਂਦੇ ਹੈ। ਤੁਹਾਨੂੰ ਮੋਤਵਾਰ ਵੀ ਕਰਵਾ ਸਕਦੇ ਹਾਂ ਕਿਸੇ ਜ਼ਿਮੀਂਦਾਰ ਤੋਂ ਵੀ, ਹਾਂ ਉਹਨਾਂ ਨੇ ਦੇਖਿਆ ਹੈ, ਸਾਰਾ ਕੁਛ ਹੈ। ਅਤੇ ਇਹ ਪਾਣੀ ਕੋਈ ਜਿਵੇਂ ਕਿਹਾ ਜਾ ਰਿਹਾ ਵੀ ਤੋੜੀ ਗਈ ਹੈ, ਅਸੀਂ ਤੁੜਵਾਈ ਹੈ ਤਾਂ ਅਸੀਂ ਤੋੜ ਕੇ ਕੋਈ ਘਰੇ ਤਾਂ ਪਾਣੀ ਲੈ ਕੇ ਨਹੀਂ ਜਾਣਾ ਜੀ। ਅਤੇ ਨਹੀਂ ਜੀ, ਧਰਨੇ ਵਾਲਾ ਕੋਈ ਉਹਦਾ ਇਹਦੇ ਨਾਲ ਕੋਈ ਮੁੱਦਾ ਨਹੀਂ ਹੈਗਾ ਵੀ ਉਹ ਧਰਨੇ ਨੂੰ ਚੁਕਾਉਣ ਵਾਸਤੇ ਜਾਂ ਧਰਨੇ ਜ਼ਿਮੀਂਦਾਰਾਂ ਨੂੰ ਪਰੇਸ਼ਾਨ ਕਰਨ ਵਾਸਤੇ ਇਹ ਜੀ ਕੋਈ ਪ੍ਰੋਬਲਮ ਹੋਈ ਹੈ, ਇਹ ਜੀ ਕੋਈ ਪ੍ਰੋਬਲਮ ਨਹੀਂ ਹੋਈ ਹੈ। ਪੰਜਾਬੀ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਬਹੁਤ ਬਹੁਤ ਧੰਨਵਾਦ।